ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ, ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਪਿਛਲੇ ਦਿਨੀ ਰੈਫਰੈਂਡਮ 2020 ਦੇ ਮਸਲੇ ਨੂੰ ਲੈ ਕੇ ਅਤੇ ਕੁਝ ਖਾਲਿਸਤਾਨ ਵਿਚਾਰਾਂ ਨੂੰ ਨਾਲ ਲੈ ਕੇ ਕੁਝ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੋ 20ਵੀਂ ਸਦੀ ਦੇ ਸਿੱਖ ਪੰਥ ਦੇ ਮਹਾਨ ਸ਼ਹੀਦ, ਮਹਾਨ ਜਰਨੈਲ, ਮਹਾਨ ਗੁਰਸਿੱਖ ਹਨ, ਉਹਨਾਂ ਦੀਆਂ ਫੋਟੋਆਂ ਆਦਾਨ ਪ੍ਰਦਾਨ ਕਰਨ, ਉਹਨਾਂ ਦੇ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨ ਦੇ ਮਾਮਲੇ ਸੰਬੰਧੀ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਉਹਨਾਂ ਦੇ ਘਰਾਂ ਤੋਂ ਚੁੱਕਿਆ, ਥਾਣੇ 'ਚ ਲੈ ਕੇ ਗਏ। ਕਈ ਦਿਨ ਲਗਾਤਾਰ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ। ਸਵੇਰੇ ਬੁਲਾ ਲੈਣਾ, ਸ਼ਾਮ ਨੂੰ ਸੰਬੰਧਿਤ ਸਰਪੰਚ ਨੂੰ ਕਹਿਣਾ ਵੀ ਤੁਸੀਂ ਆ ਕੇ ਲੈ ਜਾਓ। ਇਹ ਦੋਹਰੀ ਮਤਲਬ ਖੇਡ ਜਿਹੜੀ ਐਸੀ ਇਹ ਖੇਡੀ ਜਾਂਦੀ ਰਹੀ। ਸਰਪੰਚ ਜਿਹੜੇ ਸੀ ਜ਼ਿਆਦਾਤਰ ਉਹ ਕਾਂਗਰਸ ਨਾਲ ਸੰਬੰਧਿਤ ਨੇ, ਅਤੇ ਜਦੋਂ ਉਹ ਥਾਣਿਆਂ 'ਚ ਜਾਂਦੇ ਨੇ ਤਾਂ ਕੁਦਰਤੀ ਉਹ ਆਪਣੀਆਂ ਵੋਟਾਂ ਬਣਾਉਂਦੇ ਨੇ। ਨੌਜਵਾਨਾਂ ਨੂੰ ਅਸੀਂ ਤੁਹਾਨੂੰ ਛੁਡਾ ਕੇ ਲੈ ਕੇ ਆਏ, ਨੌਜਵਾਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਲਗਾਤਾਰ ਉਹਨਾਂ ਨੂੰ ਭੈ ਭੀਤ ਕੀਤਾ ਕਰਨ ਦਾ ਯਤਨ ਕੀਤਾ ਜਾ ਰਿਹਾ। ਅਤੇ ਮੈਂ ਇਹਦੇ ਸੰਬੰਧੀ ਬਸੀ ਦੇ DSP ਸਾਹਿਬ ਵੱਲੋਂ ਵੀ ਲਗਾਤਾਰ ਕਈ ਨੌਜਵਾਨ ਚੁੱਕੇ ਗਏ, ਉਹਨਾਂ ਨੂੰ ਥਾਣੇ ਬੁਲਾਇਆ ਗਿਆ, ਰੱਖਿਆ ਗਿਆ, ਫਿਰ ਭੇਜਿਆ ਗਿਆ। ਮੈਂ ਆਪ DSP ਸਾਹਿਬ ਨੂੰ ਬੇਨਤੀ ਕਰਕੇ ਕਿਹਾ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਕਿਉਂ ਪਰੇਸ਼ਾਨ ਕਰਦੇ ਹੋ। ਉਸੇ ਤਰ੍ਹਾਂ ਆਲਮਗੀਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਨੌਜਵਾਨ ਬੱਚਾ ਜਿਹੜਾ ਹੈ ਉਹ ਕਿਤਾਬਾਂ ਦੀਆਂ ਦੁਕਾਨਾਂ ਦੀ ਸੇਲ ਕਰਦਾ ਹੈ। ਉਹ ਨਾਲ ਦੀ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀਆਂ ਕੁਝ ਤਸਵੀਰਾਂ ਅਤੇ ਕੁਝ ਟੀ-ਸ਼ਰਟਾਂ ਉਹ ਵੀ ਉਹ ਵੇਚਦਾ ਉੱਥੇ, ਉਹਨੂੰ ਵੀ ਚੁੱਕਿਆ ਗਿਆ। ਉਹਦੇ ਸੰਬੰਧੀ ਵੀ ਮੈਂ ਸੰਬੰਧਿਤ SHO ਨੂੰ ਬੇਨਤੀ ਕੀਤੀ ਵੀ ਇੱਦਾਂ ਨਾ ਕਰੋ, ਇਹ ਪਹਿਲਾਂ ਵਰਗੇ ਤੁਸੀਂ ਹਾਲਾਤ ਬਣਾਉਣਾ ਚਾਹੁੰਦੇ ਹੋ। ਉਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਚੱਕੇ ਗਏ। ਪਰ ਇਹ ਜਿਹੜੇ ਟੋਟਲ ਨੌਜਵਾਨ ਰੈਫਰੈਂਡਮ ਦੇ ਨਾਂ 'ਤੇ ਜਾਂ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਦੇ ਨਾਂ 'ਤੇ ਜਾਂ ਵਿਚਾਰਾਂ ਦੇ ਆਦਾਨ ਪ੍ਰਦਾਨ ਕਰਨ ਦੇ ਨਾਂ 'ਤੇ ਜਾਂ ਇਸ ਤੋਂ ਇਲਾਵਾ ਖਾਲਿਸਤਾਨ ਦੇ ਵਿਚਾਰ ਵਟਾਂਦਰੇ ਸੰਬੰਧੀ ਇਹਨਾਂ ਨੂੰ ਤਾਂ ਪੁਲਿਸ ਨੇ 4-5 ਦਿਨ ਹਰਾਸ ਕਰਕੇ ਛੱਡ ਦਿੱਤਾ। ਪਰ 2 ਗਰੁੱਪ ਬਣਾ ਕੇ, ਇੱਕ ਪਟਿਆਲੇ ਦੇ ਵਿੱਚ, ਇੱਕ ਗੁਰਦਾਸਪੁਰ ਦੇ ਏਰੀਏ ਦੇ ਵਿੱਚ 2 ਗਰੁੱਪ ਬਣਾ ਕੇ ਉਹਨਾਂ ਨੂੰ ਲਿਬਰੇਸ਼ਨ ਫੋਰਸ ਦੇ ਮਤਲਬ ਗੈਂਗ ਬਣਾ ਦਿੱਤਾ ਗਿਆ। ਅਤੇ ਕੁਝ ਨੂੰ ਦਿੱਲੀ ਤੋਂ ਗ੍ਰਿਫਤਾਰੀ ਦਿਖਾ ਦਿੱਤੀ ਗਈ, ਕਿਸੇ ਦੀ ਪਟਿਆਲੇ ਤੋਂ ਗ੍ਰਿਫਤਾਰੀ ਦਿਖਾ ਦਿੱਤੀ ਗਈ, ਉਹਨਾਂ ਦੇ ਕੇਸ ਪਾ ਦਿੱਤੇ ਗਏ। ਅਤੇ ਕੇਸ ਵੀ ਜਿਹੜਾ ਨਵਾਂ ਐਕਟ ਇਹਨਾਂ ਨੇ UAPA ਬਣਾਇਆ ਉਹਦੇ ਤਹਿਤ ਇਹ ਕੇਸ ਪਾਏ ਗਏ ਨੇ, ਜੋ ਬੜਾ ਖਤਰਨਾਕ ਹੈ। ਇਸ ਦੇਸ਼ ਅੰਦਰ ਜਦੋਂ ਤੋਂ ਮੁਲਕ ਆਜ਼ਾਦ ਹੋਇਆ, ਆਜ਼ਾਦ ਭਾਰਤ ਦੀ ਧਰਤੀ ਉੱਤੇ ਜੇ ਸਭ ਤੋਂ ਪਹਿਲਾਂ ਮਤਲਬ ਆਜ਼ਾਦੀ ਦੀ ਜੱਦੋ ਜਹਿਦ ਕਰਨ ਵਾਲੀ ਖਾਲਸਾ ਪੰਥ ਜਿਹੜਾ ਹੈ, ਉਹਨੂੰ ਜੇ ਉਹਨੇ ਆਪਣੇ ਆਜ਼ਾਦ ਭਾਰਤ ਦੇ ਅੰਦਰ ਆਪਣੀ ਹੱਕੀ ਮੰਗਾਂ ਲਈ ਕੋਈ ਗੱਲ ਰੱਖੀ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ, ਤਾਂ ਨਰੇਲੇ ਦੇ ਰੇਲਵੇ ਸਟੇਸ਼ਨ ਤੋਂ ਲਾ ਕੇ ਮਾਸਟਰ ਤਾਰਾ ਸਿੰਘ ਨੂੰ ਸਭ ਤੋਂ ਪਹਿਲਾਂ ਆਜ਼ਾਦ ਭਾਰਤ ਦੀ ਧਰਤੀ ਉੱਤੇ ਹੱਥਕੜੀ ਲੱਗੀ ਸੀ। ਅਤੇ ਉਦੋਂ ਤੋਂ ਲੈ ਕੇ 47 ਤੋਂ ਲੈ ਕੇ ਜਿੰਨੇ ਵੀ ਮਤਲਬ ਕਾਲੇ ਕਾਨੂੰਨ ਬਣੇ, ਭਾਵੇਂ ਉਹ ਮੀਸਾ ਬਣਾਇਆ ਗਿਆ, ਭਾਵੇਂ ਉਹ ਨਾਸਾ ਬਣਾਇਆ ਗਿਆ, ਭਾਵੇਂ ਉਹ UAP ਬਣਾਇਆ ਗਿਆ, ਭਾਵੇਂ ਟਾਡਾ ਬਣਾਇਆ ਗਿਆ, ਭਾਵੇਂ ਨੈਸ਼ਨਲ ਸਿਕਿਉਰਿਟੀ ਐਕਟ ਬਣਾਇਆ ਗਿਆ, ਇਹ ਸਾਰੇ ਦੇ ਸਾਰੇ ਕਾਨੂੰਨ ਜਿਹੜੇ ਸੀ ਇਹ ਲਗਭਗ ਸਿੱਖ ਪੰਥ ਦੇ ਉੱਤੇ ਹੀ ਵਰਤੇ ਗਏ। ਔਰ ਮੈਂ ਖੁਦ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ 3 ਵਾਰ ਨਜ਼ਰਬੰਦ ਰਿਹਾ। ਦੇਸ਼ ਧਰੋਹੀ ਦੇ ਮੁਕੱਦਮੇ ਸਿੱਖਾਂ ਉੱਤੇ ਦਰਜ ਕੀਤੇ ਗਏ। ਸਭ ਤੋਂ ਵੱਧ ਦੇਸ਼ ਭਗਤ ਕੌਮ ਜਿਹੜੀ ਹੈ, ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੀ, ਲਹੂ ਡੋਲਣ ਵਾਲੀ, ਫਾਂਸੀਆਂ ਦੇ ਰੱਸੇ ਚੁੰਮਣ ਵਾਲੀ, ਸਟਰਗਲ ਕਰਨ ਵਾਲੀ ਖਾਲਸਾ ਪੰਥ ਦੇ ਉੱਤੇ ਇਹ ਦੇਸ਼ ਧਰੋਹੀ ਵਰਗੇ ਮੁਕੱਦਮੇ ਦਰਜ ਕੀਤੇ ਗਏ। ਅੱਜ ਵੀ UAP ਦਾ ਜਿਹੜਾ ਇਹ ਨਵਾਂ ਕਾਨੂੰਨ ਬਣਾਇਆ ਗਿਆ, ਇਹ ਅਸਲ ਵਿੱਚ ਕਿਹਾ ਤਾਂ ਇਹ ਜਾ ਰਿਹਾ ਕਿ ਅਸੀਂ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਕਾਇਮ ਰੱਖਣ ਲਈ ਮਤਲਬ ਇਹ ਬਣਾਇਆ, ਪਰ ਅਸੀਂ ਸਮਝਦੇ ਹਾਂ ਕਿ ਇਹ ਸਾਰੀ ਖੇਡ ਜਿਹੜੀ ਹੈ
ਇਹਦੇ ਪਿੱਛੇ ਭਾਰਤ ਦੀ ਸਰਕਾਰ ਦੀ ਮਨਸਾ ਇਹ ਹੈ, ਮੌਜੂਦਾ ਭਾਰਤ ਦੀ ਸਰਕਾਰ ਦੀ, ਕਿ ਉਹ ਘੱਟ ਗਿਣਤੀ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ, ਉਹਨਾਂ ਦੇ ਵਿਚਾਰਾਂ ਨੂੰ ਦਬਾਉਣਾ ਚਾਹੁੰਦੀ ਹੈ। ਔਰ ਹੌਲੀ ਹੌਲੀ ਮੀਡੀਆ ਉੱਤੇ ਕੰਟਰੋਲ ਕਰਕੇ ਇਹ ਜਿਸ ਤਰ੍ਹਾਂ ਹਰ ਰੋਜ਼ RSS ਵਾਲੇ ਰੌਲਾ ਪਾਉਂਦੇ ਨੇ ਕਿ ਇਹ ਭਾਰਤ ਨਹੀਂ ਹੈ, ਇਹ ਹਿੰਦੂ ਰਾਸ਼ਟਰ ਹੈ, ਇੱਥੇ ਹਿੰਦੂ ਵਿਚਾਰਧਾਰਾ ਚੱਲੇਗੀ, ਇੱਥੇ ਹਿੰਦੂ ਫਿਲਾਸਫੀ ਨੂੰ ਮੰਨਣ ਵਾਲੇ ਹੀ ਲੋਕ ਲੈ ਸਕਣਗੇ। ਜਿਹੜਾ ਕੋਈ ਮਤਲਬ ਅੱਡਰੀ ਆਜ਼ਾਦ ਤੇ ਆਪਣੀ ਨਿਆਰੀ ਹਸਤੀ ਦੀ ਗੱਲ ਕਰੇਗਾ, ਉਹ ਉਹਦੇ ਉੱਤੇ ਇਹੋ ਜਿਹੇ ਕਾਨੂੰਨ ਹੀ ਲਾਏ ਜਾਣਗੇ, ਜਾਂ ਉਹ ਆਪਣਾ ਪਾਕਿਸਤਾਨ ਚਲੇ ਜਾਣ, ਜਾਂ ਉਹ ਮਤਲਬ ਕਿਤੇ ਹੋਰ ਚਲੇ ਜਾਣ। ਇੱਥੇ ਇਹਨਾਂ ਨੂੰ ਮਤਲਬ ਰਹਿਣ ਦਾ ਕੋਈ ਹੱਕ ਨਹੀਂ ਦਿੱਤਾ ਜਾ ਸਕਦਾ। ਇਸ ਕਿਸਮ ਦੀਆਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਤੇ ਭਾਰਤ ਦੇ ਸੁਪਰੀਮ ਕੋਰਟ ਨੇ ਬੜਾ ਸਪਸ਼ਟ ਕਿਹਾ ਕਿ ਕਿਸੇ ਵੀ ਮਨੁੱਖ ਨੂੰ ਬੋਲਣ, ਪੜ੍ਹਨ ਤੇ ਲਿਖਣ ਦੀ ਪੂਰਨ ਆਜ਼ਾਦੀ ਹੈ। ਜੇ ਕੋਈ ਮਨੁੱਖ ਖਾਲਿਸਤਾਨ ਦੀ ਗੱਲ ਕਰਦਾ ਹੈ ਤੇ ਉਹਦੀ ਖਾਲਿਸਤਾਨ ਦੀ ਗੱਲ ਕਰਨ ਨਾਲ ਕਿਤੇ ਕੋਈ ਨੁਕਸਾਨ ਨਹੀਂ ਹੁੰਦਾ, ਕਿਤੇ ਦੰਗਾ ਫਸਾਦ ਨਹੀਂ ਹੁੰਦੇ, ਕਿਤੇ ਕੋਈ ਬਿਲਡਿੰਗ ਨਹੀਂ ਢਹਿੰਦੀ, ਕਿਤੇ ਲੋਕ ਨਹੀਂ ਮਰਦੇ, ਤਾਂ ਇਹ ਕੋਈ ਕ੍ਰਾਈਮ ਨਹੀਂ ਹੈ। ਲੋਕਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਪੂਰਾ ਅਧਿਕਾਰ ਹੈ। ਡੈਮੋਕ੍ਰੈਟਿਕ ਸਿਸਟਮ ਹੈ, ਉਹਦੇ ਵਿੱਚ ਲੋਕ ਆਪਣੀ ਗੱਲ ਕਹਿ ਸਕਦੇ ਨੇ, ਕਰ ਸਕਦੇ ਨੇ। ਸੋ ਮੈਂ ਇਹ ਸਮਝਦਾ ਕਿ ਪਿਛਲੇ ਦਿਨੀ ਜੋ ਕੁਝ ਵੀ ਵਰਤਾਰਾ ਵਾਪਰਿਆ ਉਹਦੇ ਸੰਬੰਧੀ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨੋਟਿਸ ਲਿਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਮਤਲਬ ਇਹਦੇ ਸੰਬੰਧੀ ਬਿਆਨ ਆਇਆ, ਤੇ ਹੋਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਵੀ ਸਟੇਟਮੈਂਟ ਆਈ ਸੀ। ਪਰ ਮੈਂ ਸਮਝਦਾ ਕਿ ਗੱਲ ਇੱਥੇ ਤੱਕ ਨਹੀਂ ਮੁੱਕ ਜਾਂਦੀ। ਘੱਟ ਗਿਣਤੀ ਕੌਮਾਂ ਜਿਹੜੀਆਂ ਸਰਵਾਈਵ ਕਰਦੀਆਂ ਨੇ, ਜਿਹੜੀਆਂ ਜੱਦੋ-ਜਹਿਦ ਕਰਦੀਆਂ ਨੇ ਆਪਣੇ ਅਧਿਕਾਰਾਂ ਲਈ, ਮਨੁੱਖੀ ਹੱਕਾਂ ਲਈ, ਆਪਣੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਲਈ, ਉਹਨਾਂ ਨੂੰ ਆਪਣੀ ਲੜਾਈ ਦੇ ਪੈਂਤੜੇ ਲਗਾਤਾਰ ਜਾਰੀ ਰੱਖਣੇ ਚਾਹੀਦੇ ਨੇ। ਔਰ ਉਹ ਲੜਾਈ ਦੇ ਵਿੱਚ ਜੋ ਕੁਝ ਵੀ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਸੰਬੰਧੀ ਉਹਨਾਂ ਨੂੰ ਇਹ ਯਤਨ ਵੀ ਕਰਦੇ ਰਹਿਣਾ ਚਾਹੀਦਾ ਕਿ ਉਹ ਲੜਾਈ ਦਾ ਟਾਕਰਾ ਅਸੀਂ ਕਿਵੇਂ ਕਰਨਾ। ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਚੇਚੇ ਤੌਰ ਤੇ ਚਿੱਠੀ ਲਿਖੀ ਹੈ। ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਜਾਵੇ ਕਿ ਉਹ ਇੱਕ ਪੱਕੇ ਰੂਪ ਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਅਤੇ ਲੋਕਲ ਅਦਾਲਤਾਂ ਵਿੱਚ ਇੱਕ ਪੱਕੇ ਜਿਹੜੇ ਵਕੀਲਾਂ ਦੇ ਪੈਨਲ ਨੇ ਉਹ ਬਣਾਏ ਜਾਣ, ਤੇ ਤਾਂ ਕਿ ਉਹ ਵਕੀਲਾਂ ਦੇ ਪੈਨਲਾਂ ਕੋਲ ਜਦੋਂ ਵੀ ਲੋਕ ਜਾਣ, ਕਿ ਕਿਸੇ ਨੂੰ ਬੰਦੇ ਨੂੰ ਕੋਈ ਗ੍ਰਿਫਤਾਰ ਕਰਦਾ, ਪੁਲਿਸ ਧੱਕਾ ਕਰਦੀ ਆ, ਉਹਦਾ ਪਰਿਵਾਰ ਉਹ ਵਕੀਲਾਂ ਕੋਲ ਜਾਵੇ, ਵਕੀਲ ਫਰੀ ਉਹਨਾਂ ਦੇ ਕੇਸ ਲੜਨ। ਇਹ ਜ਼ਬਰ ਹੈ, ਜ਼ੁਲਮ ਹੈ, ਅਤਿਆਚਾਰ ਦੇ ਖਿਲਾਫ ਘੱਟ ਗਿਣਤੀ ਸਿੱਖ ਪੰਥ ਨੂੰ ਲੜਨਾ ਹੀ ਪੈਣਾ, ਤੇ ਲੜਨ ਲਈ ਤੇ ਕਾਨੂੰਨ ਲੜਾਈ ਜਿਹੜੀ ਆ ਉਹ ਲੜਨ ਲਈ ਵਕੀਲਾਂ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਹੈ। ਦੂਜੀ, ਸਾਡੇ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਜਿੰਨੀ ਛੇਤੀ ਹੋ ਸਕਦਾ ਸਾਰੀਆਂ ਪੰਥਕ ਧਿਰਾਂ ਦੀਆਂ ਇਕੱਤਰਤਾ ਸੱਦ ਕੇ ਉਹ ਇਸ ਮੂਵਮੈਂਟ ਨੂੰ ਜਿਹੜੀ ਸਰਕਾਰ ਦੇ ਜ਼ਬਰ, ਜ਼ੁਲਮ, ਅਤਿਆਚਾਰ ਵੱਲੋਂ ਚਲਾਈ ਜਾ ਰਹੀ ਹੈ ਇਹਦਾ ਵਿਰੋਧ ਕਰਨ ਦੇ ਲਈ ਡੈਮੋਕ੍ਰੈਟਿਕ ਤਰੀਕੇ ਲਈ ਧਰਨਿਆਂ ਲਈ, ਸੈਮੀਨਾਰਾਂ ਲਈ, ਕਨਵੈਨਸ਼ਨਾਂ ਕਰਕੇ, ਸੈਮੀਨਾਰ ਕਰਕੇ, ਹੋਰ ਕਰਕੇ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ, ਤਾਂ ਕਿ ਇਹ ਜਿਹੜਾ ਜ਼ਬਰ ਹੈ, ਜ਼ੁਲਮ ਹੈ, ਅਤਿਆਚਾਰ ਹੈ, ਇਹਨੂੰ ਠੱਲ ਪਾਈ ਜਾ ਸਕੇ, ਇਹਨੂੰ ਰੋਕਿਆ ਜਾ ਸਕੇ। ਇਹ ਕਿਤੇ ਅਜਿਹਾ ਨਾ ਹੋਵੇ ਕਿ ਬੱਚੇ ਸਾਡੇ ਡਰਦੇ ਘਰਾਂ ਤੋਂ ਭੱਜ ਜਾਣ, ਮੁੜ ਕੇ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਜਾਵੇ, ਮੁੜ ਕੇ ਉਹਨਾਂ ਦੇ ਖੂਨ ਦੀ ਹੋਲੀ ਖੇਡੀ ਜਾਵੇ, ਉਹਨਾਂ ਦੇ ਸਿਰਾਂ ਦੇ ਇਨਾਮ ਰੱਖੇ ਜਾਣ, ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਕੀਤਾ ਗਿਆ ਸੀ। ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਮੈਂ ਤੁਹਾਡੀ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਭਾਰਤ ਸਰਕਾਰ ਤੋਂ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਨੇ ਬਾਰ-ਬਾਰ ਕਿਹਾ ਸੀ ਕਿ ਸਾਨੂੰ ਤੁਸੀਂ ਲਿਸਟ ਦਿਓ, ਕਿ ਜਿਹੜੀ ਲਿਸਟ ਤੁਹਾਨੂੰ ਇਹ ਲੱਗਦੀ ਹੈ ਕਿ ਇਹ ਬੰਦੇ ਕ੍ਰਿਮੀਨਲ ਨੇ, ਇਹਨਾਂ ਨੇ ਆਹ ਕ੍ਰਾਈਮ ਕੀਤਾ, ਇੱਥੇ ਇਹਨਾਂ ਦਾ ਦੋਸ਼ ਬਣਦਾ, ਅਸੀਂ ਕਾਨੂੰਨ ਅਨੁਸਾਰ ਤੁਹਾਡੇ ਹਵਾਲੇ ਕਰਨ ਲਈ ਤਿਆਰ ਹਾਂ। ਲੇਕਿਨ ਇੱਕ ਵਾਰ ਵੀ ਭਾਰਤ ਦੀ ਸਰਕਾਰ ਨੇ ਉਹ ਲਿਸਟ ਜਾਰੀ ਨਹੀਂ ਕੀਤੀ, ਤੇ ਜੇ ਇੱਕ ਦੋ ਵਾਰੀ ਲਿਸਟ ਜਾਰੀ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਜਵਾਬ ਦਿੱਤਾ ਕਿ ਇਹਨਾਂ ਵਿੱਚੋਂ ਕੋਈ ਬੰਦਾ ਵੀ ਕਿਸੇ ਸਰਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਾਂ ਕਿਤੇ ਹੋਰ ਨਹੀਂ ਰਹਿੰਦਾ। ਤੇ ਉਦੋਂ ਇਹਨਾਂ ਨੇ 18 ਬੰਦਿਆਂ ਦੀ ਲਿਸਟ ਜਾਰੀ ਕੀਤੀ ਸੀ, ਤੇ ਉਸ ਤੋਂ ਬਾਅਦ ਜਿੰਨੇ ਬੰਦੇ ਵੀ ਭਗੌੜੇ ਹੋਏ, ਨੌਜਵਾਨ ਭਗੌੜੇ, ਉਹ ਸਿਰਫ ਜਾਣ ਬੁੱਝ ਕੇ ਪੁਲਿਸ ਨੇ ਧੱਕੇ ਨਾਲ ਉਹਨਾਂ ਨੂੰ ਰੂਹ ਪੋਸ਼ ਕਰਨ ਲਈ ਮਜਬੂਰ ਕੀਤਾ। ਉਹ ਘਰੋਂ ਭੱਜੇ, ਬੰਦੂਕਾਂ ਚੱਕੀਆਂ, ਖੂਨ ਦੀ ਹੋਲੀ ਪੰਜਾਬ ਦੀ ਸਰਜ਼ਮੀਨ ਤੇ ਖੇਡੀ ਗਈ। ਪੁਲਿਸ ਨੇ ਇਨਾਮ ਰੱਖੇ, ਤਰੱਕੀਆਂ ਲਈਆਂ, ਪੈਸੇ ਲਏ, ਇਨਾਮ ਲੈ ਲੈ ਕੇ ਝੂਠੇ ਪੁਲਿਸ ਮੁਕਾਬਲੇ ਕੀਤੇ। ਇੱਕ ਲੰਬਾ ਦੌਰ ਪੰਜਾਬ ਦੀ ਧਰਤੀ ਤੇ ਚੱਲਿਆ। ਮੈਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁਦ ਵੀ ਕਿਹਾ ਸੀ ਕਿ ਮੈਂ 23 ਬੰਦੇ
ਪੰਜਾਬ ਪੁਲਿਸ ਕੋਲ ਪੇਸ਼ ਕੀਤੇ ਸੀ, ਲੇਕਿਨ 23 ਵਿੱਚੋਂ ਇੱਕ ਵੀ ਜਿਉਂਦਾ ਨਹੀਂ ਮੁੜਿਆ। ਸਾਰੇ ਦੇ ਸਾਰੇ ਪੰਜਾਬ ਪੁਲਿਸ ਨੇ ਮਾਰ ਦਿੱਤੇ। ਤੇ ਮੈਂ ਇਹ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਚਾਹੀਦਾ ਕਿ ਆਪਣੇ ਵੱਲੋਂ ਪੇਸ਼ ਕੀਤੇ ਗਏ ਜਿਹੜੇ ਨੌਜਵਾਨ ਸੀ, ਜਿਹੜੇ ਅਫਸਰ ਕੋਲ ਪੇਸ਼ ਕੀਤੇ, ਉਹਨਾਂ ਤੋਂ ਅੱਜ ਅਮਰਿੰਦਰ ਸਿੰਘ ਉਹਨੇ ਆਪ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਪੜਤਾਲ ਕਰਾਉਣ ਵੀ ਉਹ ਕਿੱਥੇ ਗਿਆ ਨੌਜਵਾਨ, ਕਿਹਨੇ ਮਾਰਿਆ, ਕੌਣ ਜ਼ਿੰਮੇਵਾਰ ਆ ਉਹਦੇ ਲਈ, ਤੇ ਜੇ ਕੋਈ ਸਾਬਤ ਹੁੰਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦਾ ਯਤਨ ਕਰਨ। ਤੇ ਅੱਜ ਅਮਰਿੰਦਰ ਸਿੰਘ ਨੇ ਸਾਰੇ ਪਿਛਲੇ ਹਾਲਾਤ ਵੇਖੇ ਹੋਏ ਨੇ। ਅੱਜ ਉਹ ਮੁੱਖ ਮੰਤਰੀ ਨੇ, ਉਹਨਾਂ ਨੂੰ ਪਤਾ ਕਿ ਪੁਲਿਸ ਕਿਸ ਤਰ੍ਹਾਂ ਲੋਕਾਂ ਨਾਲ ਟਰੀਟ ਕਰਦੀ ਹੈ, ਤੇ ਉਹਨਾਂ ਨੂੰ ਚਾਹੀਦਾ ਕਿ ਇਹ ਜਿਹੜਾ ਧੱਕਾ ਹੈ, ਇਹ ਧੱਕੇ ਨੂੰ ਰੋਕਣ ਦਾ ਯਤਨ ਕਰਨ, ਨਾ ਕਿ ਸਰਕਾਰ ਪੁਲਿਸ ਦੀ ਪਿੱਠ ਠੋਕਣ ਦਾ ਯਤਨ ਕਰਨ। ਮੇਰੇ ਘਰੇ 4 ਦਿਨ ਲਗਾਤਾਰ ਪੁਲਿਸ ਆਉਂਦੀ ਰਹੀ, ਜਦ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ, ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ, ਤੇ ਮੈਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਅਧਿਕਾਰ ਆ। ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਉੱਤੇ ਤੁਸੀਂ ਧੱਕੇ ਨਾਲ ਮਤਲਬ ਪਾਬੰਦੀਆਂ ਨਹੀਂ ਲਾ ਸਕਦੇ, ਉਹਨਾਂ ਨੂੰ ਡਰਾ ਨਹੀਂ ਸਕਦੇ, ਧਮਕਾ ਨਹੀਂ ਸਕਦੇ। ਇਸ ਤਰ੍ਹਾਂ ਇਹ ਜ਼ਬਰ ਇਹ ਨਹੀਂ ਕਰਨਾ ਚਾਹੀਦਾ। ਇੱਥੇ ਹਰ ਰੋਜ਼ RSS ਵਾਲੇ ਸੂਰੀ ਵਰਗੇ ਬੰਦੇ ਕਿੰਨੀ ਗਲਤ ਲੈਂਗੁਏਜ ਬੋਲਦੇ ਨੇ ਤੇ ਕਿੰਨਾ ਗਲਤ ਭਾਸ਼ਾ ਉਹਨਾਂ ਦੀ ਵਰਤੀ ਜਾ ਰਹੀ ਹੈ। ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਔਰ ਟੌੜਾ ਸਾਹਿਬ ਨੇ 1994 ਵਿੱਚ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਸਟੇਜ ਦੇ ਉੱਤੇ ਕਹਿ ਦਿੱਤਾ ਸੀ ਕਿ ਇਸ ਦੇਸ਼ ਦੇ ਹਾਲਾਤ ਕਿਹੋ ਜਿਹੇ ਬਣਨੇ ਆ। ਜਿਹੜੇ ਲੋਕ ਇਹ ਕਹਿੰਦੇ ਨੇ ਅਸੀਂ ਕਿਸੇ ਮੁਸਲਮਾਨ ਨੂੰ ਸੜਕ ਤੇ ਨਮਾਜ਼ ਨਹੀਂ ਪੜ੍ਹਨ ਦਿਆਂਗੇ, ਤੇ ਇਹ ਫਿਰ ਕੀ ਕਰਦੇ ਨੇ ਲੋਕ, ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ ਦੇਸ਼ ਨੂੰ? ਇਹ ਦੇਸ਼ ਨੂੰ ਤੋੜਦੇ ਨੇ ਜਾਂ ਖਾਲਸਾ ਪੰਥ ਦੇਸ਼ ਨੂੰ ਤੋੜਦਾ? ਸਿੱਖਾਂ ਦੇ ਅੱਜ ਵੀ ਨੌਜਵਾਨ ਦੇਸ਼ ਦੀ ਏਕਤਾ ਔਰ ਅਖੰਡਤਾ ਲਈ ਲੜਦੇ। ਆਪਣਾ ਲਦਾਖ ਦੇ ਵਿੱਚ 5 ਨੌਜਵਾਨ ਸ਼ਹੀਦ ਹੋ ਗਏ। ਹਰ ਰੋਜ਼ ਪੰਜਾਬ ਦੀ ਸਰਜ਼ਮੀਨ ਉੱਤੇ ਸਿੱਖ ਗੱਭਰੂਆਂ ਦੀਆਂ ਲਾਸ਼ਾਂ ਸਰਹੱਦਾਂ ਉੱਤੋਂ ਅੱਜ ਵੀ ਆ ਰਹੀਆਂ ਨੇ। ਉਹ ਕਿਹਦੇ ਲਈ ਲੜ ਰਹੇ ਨੇ? ਉਹ ਕਿ ਉਹਨਾਂ ਦੀ ਨਿੱਜੀ ਮੂਵਮੈਂਟ ਕਿਹੜੀ ਹੈ? ਉਹ ਉੱਥੇ ਕੋਈ ਖਾਲਿਸਤਾਨ ਦੀ ਜੰਗ ਤਾਂ ਲੜ ਨਹੀਂ ਰਹੇ, ਉਹ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਲਈ ਲੜ ਰਹੇ ਨੇ। ਲੇਕਿਨ ਜਿਹੜੇ ਲੜ ਰਹੇ ਨੇ, ਜਿਹੜੇ ਜੂਝ ਰਹੇ ਨੇ, ਜਿਹੜੇ ਸ਼ਹੀਦ ਹੋ ਰਹੇ ਨੇ, ਉਹਨਾਂ ਨੂੰ ਹੀ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਗਰਦਾਨਣਾ ਤੇ ਉਹਨਾਂ ਤੇ ਇਸ ਕਿਸਮ ਦੇ ਐਲੀਗੇਸ਼ਨ ਲਾਉਣੇ, ਇਹ ਮੈਂ ਸਮਝਦਾ ਜਿੰਨੀ ਇਹਦੀ ਨਿੰਦਾ ਕੀਤਾ ਜਾ ਸਕੇ ਥੋੜੀ ਹੈ। ਮੈਂ ਸਿੱਖ ਪੰਥ ਨੂੰ ਇਸ ਗੱਲ ਤੋਂ ਵੀ ਸੁਚੇਤ ਕਰਨਾ ਚਾਹੁੰਦਾ, ਇਹ ਸਾਰਾ ਵਰਤਾਰਾ ਇਸ ਕਰਕੇ ਵਰਤਾਇਆ ਗਿਆ ਕਿ ਜਿਹੜੇ ਕੁਝ ਬੰਦੇ ਐਸੇ ਸੀ, 4-5 ਨੌਜਵਾਨ, ਜਿਹੜੇ ਅੱਜ ਤੋਂ 25 ਸਾਲ ਪਹਿਲਾਂ ਸਰਕਾਰ ਨੇ ਭਗੌੜੇ ਕਰਾਰ ਦਿੱਤੇ ਹੋਏ ਨੇ, ਤੇ 4-5 ਹੋਰ ਬਣਾ ਕੇ 9 ਬੰਦਿਆਂ ਦਾ ਇੱਕ ਗੈਂਗ ਬਣਾ ਕੇ ਇਹ ਲਿਖ ਦਿੱਤਾ ਵੀ ਇਹ ਇੰਟਰਨੈਸ਼ਨਲ ਅੱਤਵਾਦੀ ਨੇ। ਤੇ ਉਹ ਸਾਰੇ ਬੰਦੇ ਜਿਹੜੇ ਨੇ ਡਿਕਲੇਅਰ ਕਰਕੇ ਸਰਕਾਰ ਕਰਨਾ ਕੀ ਚਾਹੁੰਦੀ ਸੀ ਅਸਲ ਵਿੱਚ ਕਿ ਕਰੋਨਾ ਵਰਗੀ ਇਸ ਭਿਆਨਕ ਬਿਮਾਰੀ ਦੇ ਵਿੱਚ ਦੁਨੀਆ ਭਰ ਵਿੱਚ ਜੋ ਸਿੱਖਾਂ ਨੇ ਰੋਲ ਅਦਾ ਕੀਤਾ, ਥਾਂ ਤੇ ਲੰਗਰ ਲਾਏ, ਮਤਲਬ ਪ੍ਰਸ਼ਾਦਿਆਂ ਦੇ, ਦਵਾਈਆਂ ਦੇ, ਲੋਕਾਂ ਨੂੰ ਮੁਫਤ ਸਾਧਨ ਦਿੱਤੇ। ਇਹ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਜਰਮਨ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਮੁਲਕਾਂ ਦੇ ਵਿੱਚ ਸਿੱਖਾਂ ਨੇ ਯਤਨ ਕੀਤੇ ਨੇ। ਔਰ ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਰਾਸ਼ਟਰਪਤੀਆਂ ਨੇ ਕਿਹਾ ਕਿ ਸਿੱਖ ਪੰਥ ਜਿਹੜਾ ਹੈ ਇਹ ਹਰ ਦੇਸ਼ ਵਿੱਚ ਵਸਣਾ ਚਾਹੀਦਾ, ਹਰ ਦੇਸ਼ ਵਿੱਚ ਗੁਰਦੁਆਰਾ ਹੋਣਾ ਚਾਹੀਦਾ, ਹਰ ਦੇਸ਼ ਵਿੱਚ ਲੰਗਰ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਤਲਬ ਜਦੋਂ ਕਈਆਂ ਗਈਆਂ ਤੇ ਸਿੱਖਾਂ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋਈ, ਉਹ ਜਿਹੜੀ ਪ੍ਰਸ਼ੰਸਾ ਹੈ ਉਹਦੇ ਤੋਂ ਚਿੜ ਕੇ ਸਰਕਾਰ ਨੇ, ਕਿਉਂਕਿ UNO ਨੇ ਵੀ ਸਿੱਖ ਪੰਥ ਦੀ ਪ੍ਰਸ਼ੰਸਾ ਕੀਤੀ ਸੀ ਤੇ ਅਮਰੀਕਾ ਨੇ ਤਾਂ ਸਿੱਖਾਂ ਦੇ ਝੰਡੇ ਜਿਹੜੇ ਸੀ ਆਪਣੇ ਰਾਸ਼ਟਰੀ ਝੰਡੇ ਦੇ ਮੁਕਾਬਲੇ ਉਹਨਾਂ ਨੇ ਲਾਏ। ਤੇ ਮੈਂ ਇਹ ਸਮਝਦਾ ਕਿ ਅਜਿਹੇ ਹਾਲਾਤਾਂ ਵਿੱਚ ਜਦੋਂ ਸਿੱਖਾਂ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋ ਰਹੀ ਸੀ, ਉਹਨੂੰ ਮਤਲਬ ਗਲਤ ਢੰਗ ਨਾਲ ਪੇਸ਼ ਕਰਨ ਲਈ ਠੀਕ ਉਸੇ ਸਮੇਂ ਇਹ 9 ਬੰਦਿਆਂ ਦਾ ਨਾਂ ਲਿਖ ਕੇ ਇਹਨਾਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਗਰਦਾਨ ਕੇ ਅੰਤਰਰਾਸ਼ਟਰੀ ਪੱਧਰ ਤੇ ਰੌਲਾ ਪਾਇਆ ਗਿਆ ਤਾਂ ਕਿ ਦੁਨੀਆ 'ਚ ਸਿੱਖਾਂ ਨੂੰ ਇਸ ਤਰ੍ਹਾਂ ਵੀ ਦਿਖਾਇਆ ਜਾਵੇ ਕਿ ਸਿੱਖਾਂ ਦਾ ਰੂਪ ਇਸ ਤਰ੍ਹਾਂ ਦਾ ਵੀ ਹੈ, ਇਹ ਇੱਦਾਂ ਦੇ ਵੀ ਨੇ, ਸਾਨੂੰ ਦਹਿਸ਼ਤਗਰਦ ਗਰਦਾਨ ਰਹੇ ਨੇ, ਅੱਤਵਾਦੀ ਗਰਦਾਨ ਰਹੇ ਨੇ, ਵੱਖਵਾਦੀ ਗਰਦਾਨ ਰਹੇ ਨੇ। ਜਦ ਕਿ ਲਿਖਣ ਪੜ੍ਹਨ ਦੀ ਬੋਲੀ ਜਿਹੜੀ ਆਜ਼ਾਦੀ ਹੈ ਇਹ ਦੁਨੀਆ ਦੇ ਹਰ ਦੇਸ਼ ਵਿੱਚ ਹੈ। ਰੈਫਰੈਂਡਮ ਜਿਹੜਾ ਉਹ UNO ਵੀ ਕਰਾਉਂਦੀ ਹੈ, ਰੈਫਰੈਂਡਮ ਹੋਰ ਦੇਸ਼ ਵੀ ਕਰਾਉਂਦੇ ਨੇ। ਪਿੱਛੇ ਜੇ ਕੈਨੇਡਾ ਨੇ ਵੀ ਕਰਾਇਆ ਸੀ ਰੈਫਰੈਂਡਮ, ਇੰਗਲੈਂਡ ਨੇ ਵੀ ਕਰਾਇਆ ਸੀ। ਰੈਫਰੈਂਡਮ ਕਰਾਉਣਾ ਉਦੋਂ ਮਾੜਾ ਹੈ ਜਦੋਂ ਉਸ ਰੈਫਰੈਂਡਮ ਨਾਲ ਬੇਗੁਨਾਹ ਲੋਕਾਂ ਦੀ ਹੱਤਿਆ ਹੁੰਦੀ ਹੋਵੇ, ਉਸ ਬੇਗੁਨਾਹ ਲੋਕਾਂ ਦੀ ਹੱਤਿਆ ਦੇ ਨਾਲ
ਮਤਲਬ ਇਮਾਰਤਾਂ ਢਹਿੰਦੀਆਂ ਹੋਣ, ਅੱਗਾਂ ਸੜਦੀਆਂ ਹੋਣ, ਲੱਗਦੀਆਂ ਹੋਣ, ਲੋਕਾਂ ਦੀ ਸੰਪਤੀ ਸਾੜੀ ਜਾਂਦੀ ਹੋਵੇ, ਉਹ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਗਲਤ ਹੈ। ਲੇਕਿਨ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਸੰਵਿਧਾਨ ਦੇ ਵਿੱਚ ਰਹਿ ਕੇ ਇਹ ਕੋਈ ਕ੍ਰਾਈਮ ਨਹੀਂ ਹੈ। ਇਹਨੂੰ ਵਧੋ ਵਧੀ ਕ੍ਰਾਈਮ ਵਿੱਚ ਬਦਲ ਕੇ ਸਿੱਖਾਂ ਨੂੰ ਡਰਾਉਣਾ, ਧਮਕਾਉਣਾ, ਇਹ ਗੱਲਾਂ ਬਿਲਕੁਲ ਗਲਤ ਨੇ। ਅੱਜ ਹਾਲਾਤ ਇਹੋ ਜਿਹੇ ਹੋ ਗਏ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ, ਦੇਖੋ ਦੇਸ਼ ਦੇ ਅੰਦਰ ਕਿਤੇ ਮਤਲਬ ਪੱਗ ਵਾਲੇ ਦੀ ਸਰਕਾਰ ਹੋਰ ਕਿਤੇ ਨਹੀਂ ਬਣ ਸਕਦੀ, ਪੂਰੇ ਹਿੰਦੁਸਤਾਨ ਦੇ ਕਿਸੇ ਸੂਬੇ ਦੇ ਵਿੱਚ ਵੀ। ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਤਾਂ ਕੋਈ ਆਪਣੀ ਅਕਲ ਨਾਲ, ਆਪਣੀ ਲਿਆਕਤ ਨਾਲ ਮਨਮੋਹਨ ਸਿੰਘ ਵਾਂਗ ਕੋਈ ਬਣ ਸਕਦਾ, ਕੋਈ ਚਾਪਲੂਸੀ ਨਾਲ ਰਾਸ਼ਟਰਪਤੀ ਬਣ ਸਕਦਾ ਗਿਆਨੀ ਜੈਲ ਸਿੰਘ ਵਾਂਗੂ, ਕੋਈ ਫੌਜਾਂ ਦਾ ਜਰਨੈਲ ਆਪਣੀ ਕੁਰਬਾਨੀ, ਆਪਣੀ ਜੱਦੋ-ਜਹਿਦ ਕਰਕੇ ਬਣ ਸਕਦਾ। ਲੇਕਿਨ ਪੰਜਾਬ ਤੋਂ ਬਾਹਰ ਕਿਤੇ ਵੀ ਕਿਸੇ ਪੱਗ ਵਾਲੇ ਦੀ ਸਟੇਟ ਦੇ ਵਿੱਚ ਸਰਕਾਰ ਨਹੀਂ ਬਣ ਸਕਦੀ। ਕੇਵਲ ਪੰਜਾਬ ਵਿੱਚ ਮਤਲਬ ਪੱਗਾਂ ਵਾਲਿਆਂ ਦੀ ਸਰਕਾਰ ਬਣ ਸਕਦੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਵੀ ਸਿਰ ਤੇ ਦਸਤਾਰ ਆ, ਦਾੜਾ ਉਹਨਾਂ ਨੇ ਰੱਖਿਆ ਹੋਇਆ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹਨਾਂ ਦੇ ਵੀ ਨੀਲੀ ਪੱਗ ਸੀ, ਦਾੜਾ ਉਹਨਾਂ ਨੇ ਵੀ ਪ੍ਰਕਾਸ਼ ਕੀਤਾ ਹੋਇਆ ਸੀ। ਲੇਕਿਨ ਅੱਜ ਪੰਜਾਬ ਦੀ ਧਰਤੀ ਦੇ ਉੱਤੇ 10 ਜਿਹੜੀਆਂ ਮੁੱਖ ਪਦਵੀਆਂ ਨੇ, ਜਿਨ੍ਹਾਂ ਦਾ ਬੜੇ ਵਿਸਥਾਰਪੂਰਵਕ ਪਿਛਲੇ ਦਿਨੀ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਜ਼ਿਕਰ ਵੀ ਕੀਤਾ ਸੀ ਕਿ ਉਹਨਾਂ 10 ਪਦਵੀਆਂ ਦੇ ਉੱਤੇ, ਮੁੱਖ 10 ਪਦਵੀਆਂ ਤੇ ਹਿੰਦੂ ਭਰਾ ਬੈਠੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਮਤਲਬ ਹਿੰਦੂ ਵੀਰਾਂ ਨੂੰ ਬਿਠਾਉਣਾ ਨਹੀਂ ਚਾਹੀਦਾ, ਬਿਠਾਉਣਾ ਚਾਹੀਦਾ, ਉਹਨਾਂ ਨੂੰ ਵੱਡੀਆਂ ਪਦਵੀਆਂ ਤੇ ਬਿਠਾਉਣਾ ਚਾਹੀਦਾ, ਜਿੱਥੇ ਮਤਲਬ ਹੋਰ ਸਟੇਟਾਂ ਬਹੁਤ ਨੇ ਜਿੱਥੇ ਉਹਨਾਂ ਨੂੰ ਮੌਕਾ ਮਿਲ ਸਕਦਾ। 22 ਜ਼ਿਲ੍ਹਿਆਂ ਵਿੱਚੋਂ 15 DC ਜਿਹੜੇ ਨੇ ਉਹ ਹਿੰਦੂ ਵੀਰ ਨੇ, ਕਿ ਜਦੋਂ ਕਿ ਪੰਜਾਬ ਵਿੱਚ ਬਹੁ ਗਿਣਤੀ ਜਿਹੜੀ ਹੈ ਉਹ ਸਿੱਖ ਅਫਸਰ ਖੁੱਡੇ ਲੈਣ ਲਾਏ ਗਏ ਨੇ। ਸੋ ਮੈਂ ਅਮਰਿੰਦਰ ਸਿੰਘ ਉਹਨਾਂ ਨੂੰ ਚੇਚੇ ਤੌਰ ਤੇ ਅਪੀਲ ਕਰਨੀ ਚਾਹੁੰਦਾ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਨੀ ਚਾਹੁੰਦਾ। ਉਹਨੂੰ ਆਪਣੀ ਚਿੱਠੀ ਵਿੱਚ ਵੀ ਲਿਖਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਆਦੇਸ਼ ਜਾਰੀ ਕਰਨ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣਾ ਚਾਹੀਦਾ, ਕਿਸੇ ਤਰ੍ਹਾਂ ਦਾ ਨੌਜਵਾਨਾਂ ਨੂੰ ਹਰਾਸ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜੇ ਪੁਲਿਸ ਅਫਸਰ ਝੂਠੇ ਮੁਕੱਦਮੇ ਦਰਜ ਕਰਦੇ ਨੇ, ਡਰਾਉਂਦੇ ਨੇ, ਧਮਕਾਉਂਦੇ ਨੇ ਜਾਂ ਅਸਲਾ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਦੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੋ ਮੈਂ ਇਹਦੇ ਨਾਲ ਹੀ ਸਮੁੱਚੇ ਖਾਲਸਾ ਪੰਥ ਨੂੰ ਵੀ ਇਹ ਅਪੀਲ ਕਰਾਂਗਾ ਕਿ ਪੰਥਕ ਸ਼ਕਤੀ ਬਗੈਰ ਸਾਡਾ ਗੁਜ਼ਾਰਾ ਨਹੀਂ, ਪੰਥਕ ਏਕਤਾ ਬਗੈਰ ਸਾਡਾ ਗੁਜ਼ਾਰਾ ਨਹੀਂ। ਅਸੀਂ ਹੰਨੇ ਮਤਲਬ ਜਿਸ ਤਰ੍ਹਾਂ ਵੰਡੇ ਜਾ ਰਹੇ ਹਾਂ, ਛੋਟੀਆਂ ਟੋਲੀਆਂ ਬਣਾ ਕੇ, ਛੋਟੀਆਂ ਜਥੇਬੰਦੀਆਂ ਬਣਾ ਕੇ, ਇਹਦੇ ਨਾਲ ਸਾਡੀ ਸਿੱਖ ਸ਼ਕਤੀ ਕਮਜ਼ੋਰ ਹੁੰਦੀ ਹੈ, ਸਾਡੀ ਏਕਤਾ ਕਮਜ਼ੋਰ ਹੁੰਦੀ ਹੈ, ਤੇ ਦੁਸ਼ਮਣ ਜਿਹੜਾ ਹੈ ਉਹ ਸਾਡੇ ਮਤਲਬ ਅਸੀਂ ਉਹਨੂੰ ਟਾਰਗੇਟ ਕਰਨ ਦੇ ਲਈ, ਉਹਦਾ ਵਿਰੋਧ ਕਰਨ ਦੇ ਲਈ ਸਾਡੀ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ। ਬੜੇ ਸੂਖਮ ਤਰੀਕੇ ਨਾਲ ਸਿੱਖੀ ਦੇ ਸਿਧਾਂਤ ਤੇ, ਫਿਲਾਸਫੀ ਤੇ, ਵਿਚਾਰਧਾਰਾ ਤੇ, ਸੰਸਥਾਵਾਂ ਤੇ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ, ਕਦੇ ਨਿਸ਼ਾਨ ਸਾਹਿਬ ਤੇ, ਕਦੇ ਸਰੋਵਰਾਂ ਤੇ, ਬਹੁਤ ਮਸਲਿਆਂ ਦੇ ਉੱਤੇ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ। ਉਹਨਾਂ ਸਾਰੇ ਹਮਲਿਆਂ ਦਾ ਟਾਕਰਾ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਹੀ ਅਸੀਂ ਕਰ ਸਕਦੇ ਹਾਂ। ਸਾਡਾ ਮੂੰਹ ਸ਼੍ਰੀ ਹਰਿਮੰਦਰ ਵੱਲ ਰਹਿਣਾ ਚਾਹੀਦਾ, ਸ਼੍ਰੀ ਅਕਾਲ ਤਖਤ ਸਾਹਿਬ ਵੱਲ ਰਹਿਣਾ ਚਾਹੀਦਾ। ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਮਜ਼ਬੂਤ ਰੱਖਣੀਆਂ ਚਾਹੀਦੀਆਂ ਨੇ। ਵੱਡੀਆਂ ਸੰਸਥਾਵਾਂ ਦੇ ਥੱਲੇ ਛੋਟੀਆਂ ਸ਼ਾਖਾਵਾਂ ਜਿਹੜੀਆਂ ਨੇ, ਭਾਵੇਂ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਭਾਵੇਂ ਦਲ ਖਾਲਸਾ ਜਾਂ ਹੋਰ ਜਥੇਬੰਦੀਆਂ ਨੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆ, ਉਹਨਾਂ ਨੂੰ ਵੀ ਸਾਨੂੰ ਮਜ਼ਬੂਤ ਰੱਖਣਾ ਚਾਹੀਦਾ। ਪਰ ਸਾਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿ ਸਮੁੱਚੇ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਆਪਣੀ ਸ਼ਕਤੀ ਜਿਹੜੀ ਇੱਕ ਥਾਂ ਇਕੱਠੀ ਕਰਨੀ ਚਾਹੀਦੀ ਹੈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵੀ ਸੁਚੇਤ ਰਹਿਣਾ ਚਾਹੀਦਾ, ਪੰਜਾਬ ਦੇ ਨੌਜਵਾਨਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਇਸ ਗੱਲ ਤੋਂ ਕਿ ਅੱਜ ਜਦੋਂ ਸਾਨੂੰ ਥਾਣਿਆਂ 'ਚ ਪੁਲਿਸ ਬੁਲਾ ਰਹੀ ਹੈ ਤਾਂ ਡਰਾ ਰਹੀ ਹੈ, ਧਮਕਾ ਰਹੀ ਹੈ। ਕਿਹੜੇ ਲੋਕ ਨੇ ਜਿਹੜੇ ਸਾਡੇ ਹੱਕ 'ਚ ਹਾਦਾ ਨਾਰਾ ਮਾਰਦੇ ਨੇ? ਜੇ ਸਾਡੇ ਹੱਕ 'ਚ ਹਾਦਾ ਨਾਰਾ ਅੱਜ ਵੀ ਨਹੀਂ ਮਾਰ ਸਕਦੇ, ਫਿਰ ਉਹਨਾਂ ਨੂੰ ਨੌਜਵਾਨਾਂ ਦੀਆਂ ਜਾਂ ਸਿੱਖਾਂ ਦੀਆਂ ਵੋਟਾਂ ਲੈਣ ਦੇ ਅਧਿਕਾਰ ਕਿਹਨੇ ਦਿੱਤੇ ਨੇ? ਇਸ ਗੱਲ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ। ਔਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੇਚੇ ਤੌਰ ਤੇ ਕਹਿਣਾ ਚਾਹੁੰਦਾ, ਕਿਉਂਕਿ ਮੈਂ ਉਸ ਜਥੇਬੰਦੀ ਦਾ ਮੈਂਬਰ ਵੀ ਹਾਂ, ਕਿ ਪੰਥਕ ਏਜੰਡਾ ਅਪਣਾਏ ਬਗੈਰ, ਪੰਥਕ ਰਸਤਾ ਅਖਤਿਆਰ ਕਰਾਏ ਬਗੈਰ, ਜ਼ਬਰ ਜ਼ੁਲਮ ਅਤਿਆਚਾਰ ਦੇ ਖਿਲਾਫ ਜੂਝੇ ਬਗੈਰ, ਸਿੱਖ ਨੌਜਵਾਨਾਂ ਨੂੰ ਭਰੋਸੇ ਵਿੱਚ ਲਏ ਬਗੈਰ ਤੁਸੀਂ ਆਉਣ ਵਾਲੀ ਕੱਲ ਸੱਤਾ ਤੇ ਨਹੀਂ ਬੈਠ ਸਕਦੇ। ਇਸ ਲਈ ਜੇ ਸੱਤਾ ਦੀ ਪ੍ਰਾਪਤੀ ਕਰਨੀ ਹੈ ਤਾਂ ਸਿੱਖ ਏਜੰਡਾ ਅਪਣਾਉਣਾ ਪਊਗਾ। ਨੌਜਵਾਨਾਂ ਦੇ ਉੱਤੇ ਹੋ ਰਹੇ ਜ਼ਬਰ ਜ਼ੁਲਮ ਅਤਿਆਚਾਰ ਨੂੰ ਰੋਕਣ ਲਈ ਜਦੋਜਹਿਦ ਕਰਨੀ ਪਊ। ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨੀ ਪਏਗੀ।
ਦਿੱਲੀ ਭਾਵੇਂ ਤੁਹਾਡੀ ਲੱਖ ਸਾਂਝ ਹੋਵੇ, ਸਾਂਝ ਜੀ ਸੱਦ ਕੇ ਰੱਖੋ, ਪਰ ਜੋ ਕੁਝ ਵੀ ਦਿੱਲੀ ਕਰ ਰਹੀ ਹੈ ਅੱਜ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਅੱਜ ਮਹਿੰਗਾਈ ਵੱਧ ਚੁੱਕੀ ਹੈ, ਤੇਲ ਦੀਆਂ ਕੀਮਤਾਂ ਕਿੱਥੇ ਚਲੀਆਂ ਗਈਆਂ, ਭਾਵੇਂ ਉਹਦੇ ਸੰਬੰਧ ਵੀ ਸ਼੍ਰੋਮਣੀ ਅਕਾਲੀ ਦਲ ਨੇ ਧਰਨੇ ਦਿੱਤੇ, ਮੁਜ਼ਾਹਰੇ ਕੀਤੇ, ਪਰ ਇਹ ਧਰਨੇ ਮੁਜ਼ਾਹਰਿਆਂ ਨਾਲ ਇਕੱਲੀ ਤਸੱਲੀ ਨਹੀਂ ਹੋਣੀ, ਬਲਕਿ ਸੈਂਟਰ ਦੇ ਵਿੱਚ ਵੀ ਵੱਧ ਤੋਂ ਵੱਧ ਤੁਹਾਨੂੰ ਰੌਲਾ ਪਾਉਣਾ ਚਾਹੀਦਾ, ਜ਼ੋਰਦਾਰ ਪ੍ਰੋਟੈਸਟ ਕਰਨਾ ਚਾਹੀਦਾ। ਆਉਣ ਵਾਲੀ ਕੱਲ ਕਿਸਾਨ ਲਈ ਜੋ ਮਾਰੂ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਨੇ ਉਹ ਬੜੇ ਖਤਰਨਾਕ ਨੇ। ਉਹ ਜਿੰਨੇ ਵੀ ਕਾਨੂੰਨ ਨੇ ਉਹਨਾਂ ਕਾਨੂੰਨਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧ ਕਰਨਾ ਚਾਹੀਦਾ, ਡਟ ਕੇ ਕਰਨਾ ਚਾਹੀਦਾ। ਭਾਵੇਂ ਇਹਦੇ ਲਈ ਮਤਲਬ ਜੇ ਸਰਕਾਰ ਵੀ ਛੱਡਣੀ ਪਵੇ ਤਾਂ ਛੱਡ ਦੇਣੀ ਚਾਹੀਦੀ ਹੈ, ਲੇਕਿਨ ਪੰਜਾਬ ਦਾ ਕਿਸਾਨ, ਪੰਜਾਬ ਤੇ ਸਿੱਖ ਪੰਥ, ਇਹਨੂੰ ਕਿਸੇ ਤਰ੍ਹਾਂ ਵੀ ਆਂਚ ਨਹੀਂ ਆਉਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਪ੍ਰਤੀਨਿਧ ਰਾਸ਼ੀ ਜਥੇਬੰਦੀ ਹੈ ਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਹੈ। ਇਹਦੀ ਬੜੀ ਕੁਰਬਾਨੀ ਹੈ, ਬੜੀ ਜੱਦੋ-ਜਹਿਦ ਹੈ, ਬੜਾ ਲਹੂ ਡੁੱਲਿਆ, ਪਰ ਅੱਜ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਿੱਖ ਨਿਰਾਸ਼ ਨੇ, ਉਦਾਸ ਨੇ, ਗਿਲੇ ਨੇ ਸਿੱਖਾਂ ਦੇ। ਉਹ ਗਿਲੇ ਸ਼ਿਕਵੇ ਸ਼੍ਰੋਮਣੀ ਅਕਾਲੀ ਦਲ ਨੂੰ, ਉਹਦੀ ਲੀਡਰਸ਼ਿਪ ਨੂੰ ਦੂਰ ਕਰਕੇ ਸਿੱਖ ਪੰਥ ਨੂੰ ਆਪਣੀ ਬੁੱਕਲ ਵਿੱਚ ਲੈਣ ਦਾ ਯਤਨ ਕਰਨਾ ਚਾਹੀਦਾ। ਮੈਂ ਫੇਰ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਉਚੇਚੇ ਤੌਰ ਤੇ ਕਹਿਣਾ ਚਾਹੁੰਦਾ ਕਿ ਪੁਲਿਸ ਜੋ ਧੱਕਾ ਕਰਦੀ ਹੈ, ਜੋ ਨੌਜਵਾਨਾਂ ਨੂੰ ਹਰਾਸ ਕਰਦੀ ਹੈ, ਉਹਦਾ ਨੋਟਿਸ ਲੈਣ ਦਾ ਯਤਨ ਕਰਨ, ਉਹਨਾਂ ਬੱਚਿਆਂ ਦੇ ਮੋਬਾਈਲ ਵਾਪਸ ਕਰਵਾਉਣ, ਉਹਨਾਂ ਦੇ ਪਰਿਵਾਰਾਂ ਨੂੰ ਜੋ ਪਰੇਸ਼ਾਨੀਆਂ ਆਈਆਂ ਨੇ ਉਹ ਦੂਰ ਕਰਵਾਉਣ ਦਾ ਯਤਨ ਕਰਨ। ਜਿਨ੍ਹਾਂ ਨੂੰ ਝੂਠੇ ਮੁਕੱਦਮੇ ਜੂਏ ਪੀ ਦੇ ਰਾਹੀਂ ਬੰਦ ਕੀਤਾ ਉਹਦੀ ਉਹ ਇਨਵੈਸਟੀਗੇਸ਼ਨ ਕਰਵਾ ਕੇ ਉਹਨਾਂ ਨੂੰ ਤੁਰੰਤ ਰਿਹਾ ਕਰਵਾਉਣ ਦਾ ਯਤਨ ਕਰਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮੇਰੀ ਬੇਨਤੀ ਹੈ ਫਿਰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਨ ਕਿ ਇੱਕ ਸ਼੍ਰੋਮਣੀ ਕਮੇਟੀ ਵਕੀਲਾਂ ਦਾ ਪੈਨਲ ਬਣਾਵੇ। ਸੁਪਰੀਮ ਕੋਰਟ ਵਿੱਚ ਵੀ, ਹਾਈ ਕੋਰਟ ਦੇ ਅੰਦਰ ਵੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਉਦੋਂ ਟੌੜਾ ਸਾਹਿਬ ਨੇ ਸਾਰੇ ਥਾਵਾਂ ਤੇ ਪੈਨਲ ਬਣਾ ਕੇ ਰੱਖੇ ਹੋਏ ਸੀ। ਸਾਰੇ ਮੁਕੱਦਮੇ, ਜੋਧਪੁਰ ਦਾ ਸਾਰਾ ਮੁਕੱਦਮਾ, ਅਜਮੇਰ ਦੇ ਹਾਈਜੈਕਰਾਂ ਦਾ ਸਾਰਾ ਮੁਕੱਦਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਿਆ। ਅਸੀਂ ਨਾਭੇ ਤੇ ਪਟਿਆਲੇ ਜੇਲ੍ਹ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਸੀ। ਸਾਰੀ ਪੈਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ। ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹਾ ਕੁਝ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ, ਜਥੇਦਾਰ ਸਾਹਿਬ ਜੀ ਨੂੰ ਆਦੇਸ਼ ਦੇਣੇ ਚਾਹੀਦੇ ਨੇ ਤਾਂ ਕਿ ਅਸੀਂ ਇਸ ਜ਼ਬਰ, ਜ਼ੁਲਮ, ਅਤਿਆਚਾਰ ਨੂੰ ਠੱਲ ਪਾ ਸਕੀਏ। ਸਾਡਾ ਨੌਜਵਾਨ ਉਦਾਸ ਨਾ ਹੋਵੇ, ਬਾਗੀ ਨਾ ਹੋਵੇ, ਘਰੋਂ ਨਾ ਭੱਜੇ, ਰੂਹ ਪੋਸ਼ ਨਾ ਹੋਵੇ। ਉਹਨਾਂ ਨੂੰ ਸਹੀ ਤਰੀਕੇ ਨਾਲ, ਆਪਣਾ ਡੈਮੋਕ੍ਰੈਟਿਕ ਤਰੀਕਿਆਂ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ। ਅੱਜ ਨੌਜਵਾਨ ਬੜਾ ਜਾਗਰੂਕ ਹੋ ਚੁੱਕਿਆ, ਬੜੀ ਉਹਨੂੰ ਸਮਝ ਹੈ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਕੌਣ ਲੀਡਰ ਸਾਡੇ ਪੱਖ 'ਚ ਬੋਲ ਰਿਹਾ, ਕੌਣ ਲੀਡਰ ਪੰਥਕ ਹਿੱਤਾਂ 'ਚ ਭੁਗਤ ਰਿਹਾ, ਕੌਣ ਲੀਡਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਰਿਹਾ ਤੇ ਕੌਣ ਕਰ ਸਕਦਾ। ਨੌਜਵਾਨ ਬੜਾ ਚੇਤੰਨਾ, ਬੜਾ ਸੁਚੇਤ ਹੈ। ਇਸ ਕਰਕੇ ਅੱਜ ਦੇ ਨੌਜਵਾਨ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਤਰ੍ਹਾਂ। ਨੌਜਵਾਨ ਅਮਲੀ ਮਤਲਬ ਜਾਮਾ ਚਾਹੁੰਦਾ ਵੀ ਹਰ ਗੱਲ ਦੇ ਵਿੱਚ ਅਮਲੀ ਜਾਮਾ ਪਹਿਨਾਇਆ ਜਾਣਾ ਚਾਹੀਦਾ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ, ਜਿੰਨੇ ਕੁ ਵੀਰਾਂ ਨੇ ਮੈਨੂੰ ਲਾਈਵ ਦੇਖਿਆ, ਸੁਣਿਆ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।